ਤਾਂ ਸਕਰੋਲ ਪੰਜਾਬ ਨਾਲ ਬਣੇ ਹੋਏ ਹੋ ਤੁਸੀਂ ਤੇ ਮੈਂ ਹਾਂ ਸੁਖ ਭੱਟੀਵਾਲ। ਸੀਐਮ ਮਾਨ ਦੀ ਸਰਕਾਰ ਲਗਾਤਾਰ ਵੱਡੇ फैसले लै रही है तो ट्रांसपोर्टरां नूं भी हुण मान सरकार दे वल्लों वड्डी राहत दित्ती गई है। सवेर तो उड़ीक कीती जा रही सी क्योंकि मन्निया जा रहा सी कि ट्रांसपोर्टरां दे लई अज कोई वड्डा फैसला आ सकता, तो मान सरकार ने राहत ट्रांसपोर्टरां नूं दे दित्ती। हालांकि तुहानूं दस दईए कि ट्रांसपोर्टरां दा मुद्दा जिहड़ा वो शुरू तो ही चर्चा का विषय रहा है। बेशक कैप्टन की सरकार समय की गल होवे जां फिर जिहड़ा चरणजीत सिंह चन्नी की सरकार वेले की गल होवे, जदों राजा वड़िंग ट्रांसपोर्ट मंत्री बनाए गए सी तां काफ़ी चर्चा दे विच आए सी। काफ़ी बसां नूं ब्रेकां राजा वड़िंग दे वल्लों मारीਆਂ गईਆਂ सी, नवीआं ते सरकारी बसां नूं अगे लैके आउण दी गल राजा वड़िंग करदे नज़र आए सी। पर राजा वड़िंग दे खिलाफ ट्रांसपोर्टरां दी जिहड़ी आवाज़ आ वो भी समय समय ते उठदी रही है, जिस दे चलदिआं हुण पंजाब दे विच नवीं सरकार आई है। तो नवीं सरकार ने ये जिहड़ा वादा कीता सी कि हर वर्ग नूं राहत दित्ती जावेगी, समय समय ते हर वर्ग दे नाल खड़ांगे। तो मुख मंत्री भगवंत मान ने पंजाब दे ट्रांसपोर्टरां नूं वड्डी राहत दे दित्ती है। भगवंत मान ने ट्रांसपोर्टर सैक्टर वास्ते 3 महीनों दे विच MNST स्कीम लागू करन दा ऐलान कर दिता है, जिस दे तहत वड्डी गिनती विच जिहड़े लोग कोरोना कारण टैक्स नहीं भर सके उन्हां नूं इस स्कीम दे विच बिना किसी जुर्माने अते बकाए तो मोटर टैक्स अदा करन दा मौका मिलेगा। ਤਾਂ ਜਿਹੜੇ ਕਰੋਨਾ ਦੇ ਟਾਈਮ ਦੇ ਵਿੱਚ ਦਰਅਸਲ ਜਦੋਂ ਕਰੋਨਾ ਟਾਈਮ ਚੱਲ ਰਿਹਾ ਸੀ ਤਾਂ ਕਿਉਂਕਿ ਕਰੋਨਾ ਦੇ ਵੇਲੇ ਸਰਕਾਰ ਨੇ ਪਾਬੰਦੀਆਂ ਲਗਾ ਦਿੱਤੀਆਂ ਸੀ, ਇਹ ਜਿਹੜੀਆਂ ਬੱਸਾਂ ਸੀ ਇਹ ਉਹਨਾਂ ਦੇ ਰੂਟ ਵੀ ਜਿਹੜੇ ਘੱਟ ਹੋ ਗਏ ਸੀ ਕਿਉਂਕਿ ਲੋਕ ਆਪਣੇ ਘਰਾਂ ਤੋਂ ਨਿਕਲ ਨੂੰ ਹਟ ਗਏ ਸੀ ਜਾਂ ਆਪਣੇ ਘਰਾਂ ਤੋਂ ਜੇ ਨਿਕਲਦੇ ਸੀ ਤਾਂ ਆਪਣੇ ਬਾਣਾ ਤੇ ਨਿਕਲਦੇ ਸੀ, ਜਿਸ ਕਰਕੇ ਟਰਾਂਸਪੋਰਟਰਾਂ ਦੀ ਜਿਹੜੀ ਕਮਾਈ ਸੀ ਉਹਦੇ ਵਿੱਚ ਜਿਹੜੀ ਲੋੜ ਤੋਂ ਜ਼ਿਆਦਾ ਗਿਰਾਵਟ ਆ ਗਈ ਸੀ। ਕਿਉਂਕਿ ਵੈਸੇ ਵੀ ਇਹ ਜਿਹੜੇ ਉੱਥੇ ਇਹ ਬੱਸਾਂ ਦੇ ਵਿੱਚ ਸਵਾਰੀਆਂ ਬੈਠਦੀਆਂ ਨੇ ਉਹਨਾਂ ਦੇ ਲਈ ਵੀ ਫੈਸਲਾ ਸੁਣਾ ਦਿੱਤਾ ਗਿਆ ਸੀ ਕਿ 50% ਸਵਾਰੀਆਂ ਨੇ ਜਿਹੜੀਆਂ ਉਹ ਬੈਠ ਸਕਦੀਆਂ ਨੇ, ਇੱਕ ਸੀਟ ਛੱਡ ਕੇ ਇਹ ਸਵਾਰੀਆਂ ਨੇ ਜਿਹੜੀਆਂ ਬੈਠ ਸਕਦੀਆਂ ਨੇ, ਆਪਸ ਦੇ ਵਿੱਚ ਇਕੱਠੇ ਹੋ ਕੇ ਸਵਾਰੀਆਂ ਨਹੀਂ ਬੈਠ ਸਕਦੀਆਂ। ਤਾਂ ਅਜਿਹੇ ਫੈਸਲੇ ਸੁਣਾਏ ਗਏ ਸੀ ਜਿਸ ਦੇ ਚੱਲਦਿਆਂ ਟਰਾਂਸਪੋਰਟਰਾਂ ਦੀ ਜਿਹੜੀ ਕਮਾਈ ਸੀ ਉਹਦੇ ਵਿੱਚ ਗਿਰਾਵਟ ਆਈ ਸੀ। ਕਾਫੀ ਸੀ ਜਿਹੜੇ ਆਪਣਾ ਟੈਕਸ ਨਹੀਂ ਅਦਾ ਕਰ ਸਕੇ ਸੀ, ਤਾਂ ਉਹਨਾਂ ਦੇ ਲਈ ਨਵੀਂ ਸਕੀਮ ਲੈ ਕੇ ਆ ਰਹੀ ਹੈ ਮਾਨ ਸਰਕਾਰ ਅਗਲੇ 3 ਮਹੀਨਿਆਂ ਦੇ ਵਿੱਚ, ਜਿਸ ਦੇ ਆਧਾਰ ਤੇ ਉਹ ਆਪਣਾ ਜਿਹੜਾ ਟੈਕਸ ਆ ਉਹਨੂੰ ਅਦਾ ਕਰ ਸਕਦੇ ਨੇ ਬਿਨਾਂ ਕਿਸੇ ਜੁਰਮਾਨੇ ਤੋਂ। ਕਿਉਂਕਿ ਇਹ ਕਿਹਾ ਜਾ ਰਿਹਾ ਸੀ ਕਿ ਜਿਹੜੇ ਟਾਈਮ ਸਿਰ ਆਪਣਾ ਟੈਕਸ ਨਹੀਂ ਭਰਦੇ ਉਹਨਾਂ ਨੂੰ ਜੁਰਮਾਨਾ ਦੇਣਾ ਪੈਂਦਾ ਹੈ, ਤਾਂ ਉਹ ਜੁਰਮਾਨਾ ਹੁਣ ਉਹਨਾਂ ਦਾ ਮਾਫ ਕਰ ਦਿੱਤਾ ਜਾਵੇਗਾ ਬਿਨਾਂ ਜੁਰਮਾਨੇ ਤੋਂ। ਉਹ ਜਿਹੜਾ ਉਹ ਆਪਣਾ ਟੈਕਸ ਹੈ ਉਹ ਭਰ ਸਕਦੇ ਨੇ। ਤਾਂ ਇੱਕ ਵੱਡੀ ਰਾਹਤ ਜ਼ਰੂਰ ਮਾਨ ਸਰਕਾਰ ਦੇ ਪੱਖ ਤੋਂ ਦੇਖਿਆ ਜਾਵੇ ਤਾਂ ਜ਼ਰੂਰ ਟਰਾਂਸਪੋਰਟਰਾਂ ਦੇ ਲਈ ਇੱਕ ਵੱਡੀ ਰਾਹਤ ਹੈ। ਹਾਲਾਂਕਿ ਉਹ ਇਸ ਰਾਹਤ ਨੂੰ ਟਰਾਂਸਪੋਰਟਰ ਕਿਵੇਂ ਦੇਖਦੇ ਨੇ ਇਸ ਤੇ ਜਿਹੜਾ ਟਰਾਂਸਪੋਰਟਰਾਂ ਦਾ ਪੱਖ ਵੀ ਜਲਦ ਸਾਹਮਣੇ ਆ ਸਕਦਾ ਕਿ ਉਹ ਇਸ ਕਿਉਂਕਿ ਉਹਨਾਂ ਦੀ ਮੰਗ ਤਾਂ ਇਹ ਸੀ ਕਿ ਉਹ ਟੈਕਸ ਆ ਨਾ ਜਿਹੜਾ ਉਹ ਪੂਰੀ ਤਰ੍ਹਾਂ ਮਾਫ ਕਰਨਾ ਚਾਹੀਦਾ ਸਰਕਾਰ ਨੂੰ, ਕਿਉਂਕਿ ਕਰੋਨਾ ਕਾਲ ਦੇ ਵਿੱਚ ਸਰਕਾਰ ਨੇ ਹਰ ਵਰਗ ਨੂੰ ਜਦੋਂ ਰਾਹਤ ਦਿੱਤੀ ਹੈ ਤਾਂ ਫਿਰ ਟਰਾਂਸਪੋਰਟਰਾਂ ਦੇ ਨਾਲ ਵਿਤਕਰਾ ਕਾਹਤੋਂ ਉਹਨਾਂ ਨੂੰ ਵੀ ਜਿਹੜਾ ਇਸ ਪ੍ਰਕਾਰ ਦੀ ਰਾਹਤ ਹੈ ਦੇਣੀ ਚਾਹੀਦੀ ਆ, ਉਹਨਾਂ ਦਾ ਵੀ ਜਿਹੜਾ ਟੈਕਸ ਹੈ ਉਹ ਸਰਕਾਰ ਨੂੰ ਮਾਫ ਕਰਨਾ ਚਾਹੀਦਾ। ਤਾਂ ਅਜਿਹੀ ਮੰਗ ਤਾਂ ਉਹਨਾਂ ਦੇ ਵੱਲੋਂ ਵੀ ਕੀਤੀ ਜਾ ਰਹੀ ਸੀ, ਪਰ ਉਹਨਾਂ ਦੀ ਮੰਗ ਕਿੰਨੀ ਕੁ ਅੱਗੇ ਵੱਧ ਪਾਉਂਦੀ ਆ ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰੇਗਾ। ਪਰ ਫਿਲਹਾਲ ਦੀ ਘੜੀ ਮਾਨ ਸਰਕਾਰ ਆਪਣੇ ਆਧਾਰ ਤੇ ਇੱਕ ਰਾਹਤ ਦੇਣ ਜਾ ਰਹੀ ਆ। ਟਰਾਂਸਪੋਰਟਰ ਹੁਣ ਇਸ ਰਾਹਤ ਦੇ ਨਾਲ सहमत होंदे ने ਜਾਂ नहीं ਇਹ ਤਾਂ ਆਉਣ ਵਾਲਾ ਸਮਾਂ ਹੀ ਬਿਆਨ ਕਰ ਪਾਵੇਗਾ, ਕਿਉਂਕਿ ਇਹ ਟਰਾਂਸਪੋਰਟਰਾਂ ਦਾ ਮਾਮਲਾ ਸ਼ੁਰੂ ਤੋਂ ਚਰਚਾ ਦੇ ਵਿੱਚ ਰਿਹਾ ਹੈ। ਰਾਜਾ ਵੜਿੰਗ ਕਾਫੀ ਚਰਚਾ ਦੇ ਵਿੱਚ ਆਏ ਸੀ, ਖਾਸ ਕਰਕੇ ਇੱਕ ਨਿੱਜੀ ਕੰਪਨੀ ਦੀਆਂ ਬੱਸਾਂ ਨੂੰ ਲੈ ਕੇ ਰਾਜਾ ਵੜਿੰਗ ਕਾਫੀ ਗਰਮ ਹੁੰਦੇ ਨਜ਼ਰ ਆਉਂਦੇ ਸੀ। ਕਦੇ ਰੇਡ ਜਨਾਬ ਹੋਰਾਂ ਦੇ ਵੱਲੋਂ ਮਾਰੀ ਜਾਂਦੀ ਸੀ, ਕਦੇ ਕਿਸੇ ਪ੍ਰਾਈਵੇਟ ਬੱਸ ਨੂੰ ਬ੍ਰੇਕ ਮਾਰ ਦਿੱਤੀ ਜਾਂਦੀ ਸੀ ਰਾਜਾ ਵੜਿੰਗ ਹੋਰਾਂ ਦੇ ਵੱਲੋਂ। ਤਾਂ ਲਗਾਤਾਰ ਟੈਕਸ ਦੇ ਮਾਮਲੇ ਨੂੰ ਲੈ ਕੇ ਵੀ ਚਰਚਾ ਦੇ ਵਿੱਚ ਖਾਸ ਕਰਕੇ ਇਹ ਸ਼੍ਰੋਮਣੀ ਅਕਾਲੀ ਦਲ ਦੇ ਕਈ ਲੀਡਰਾਂ ਨੂੰ ਜਿਹੜਾ ਉਹ ਨਿਸ਼ਾਨਾ ਬਣਾਉਂਦੇ ਰਹੇ ਸੀ। ਖਾਸ ਕਰਕੇ ਦੇਖਿਆ ਵੀ ਜਾਵੇ ਜਿਸ ਵਿਅਕਤੀ ਦੇ ਨਾਲ ਰਾਜਾ ਵੜਿੰਗ 2022 ਵਿਧਾਨ ਸਭਾ ਚੋਣਾਂ ਦੀ ਗੱਲ ਕਰ ਲਈਏ, 2017 ਵਿਧਾਨ ਸਭਾ ਚੋਣਾਂ ਦੀ ਗੱਲ ਕਰ ਲਈਏ ਤਾਂ ਚੋਣਾਂ ਦੇ ਵਿੱਚ ਡਿੰਪੀ ਢਿੱਲੋਂ ਨਾਮ ਦੇ ਸ਼੍ਰੋਮਣੀ ਅਕਾਲੀ ਦਲ ਦੇ ਜਿਸ ਲੀਡਰ ਦੇ ਖਿਲਾਫ ਚੋਣ ਮੈਦਾਨ ਦੇ ਵਿੱਚ ਆਮਣੋ ਸਾਹਮਣੇ ਹੁੰਦੇ ਨੇ ਤਾਂ ਟਰਾਂਸਪੋਰਟਰ ਦੇ ਮਾਮਲੇ ਨੂੰ ਲੈ ਕੇ ਉਹਦੇ ਨਾਲ ਕਾਫੀ ਜਿਹੜੀ ਕਹਾ ਸੁਣੀ ਹੈ ਸਿਆਸੀ ਪਿੱਚ ਤੇ ਲਗਾਤਾਰ ਰਾਜਾ ਵੜਿੰਗ ਦੀ ਹੁੰਦੀ ਰਹੀ ਆ। ਤਾਂ ਰਾਜਾ ਵੜਿੰਗ ਦਾਅਵੇ ਕਰਦੇ ਨਜ਼ਰ ਆਉਂਦੇ ਸੀ ਕਿ ਅਸੀਂ
ਇੱਕ ਨਿੱਜੀ ਕੰਪਨੀ ਦਾ ਨਾਮ ਲੈਂਦੇ ਸੀ, ਉਹਨਾਂ ਦੀਆਂ ਬੱਸਾਂ ਨੂੰ ਬ੍ਰੇਕ ਮਾਰ ਦਾਂਗੇ ਤੇ ਦਾਅਵੇ ਕਰਦੇ ਸੀ ਕਿ ਟੈਕਸ ਭਰਨਾ ਪਵੇਗਾ। ਜਿਹੜੇ ਟੈਕਸ ਨਹੀਂ ਭਰਦੇ ਇਹ ਉਹਨਾਂ ਨੂੰ ਹਰ ਹਾਲਤ ਦੇ ਵਿੱਚ ਟੈਕਸ ਭਰਨਾ ਪਵੇਗਾ, ਅਦਾਲਤ ਦਾ ਰੁਖ ਕਰਨ ਦੀਆਂ ਗੱਲਾਂ ਤੱਕ ਚੱਲੀਆਂ ਸੀ। ਪਰ ਹੁਣ ਨਵੀਂ ਸਰਕਾਰ ਆਈ ਆ, ਸਮੇਂ-ਸਮੇਂ ਤੇ ਨਵੀਂ ਸਰਕਾਰ ਤੋਂ ਹਰ ਵਰਗ ਨੇ ਇੱਕ ਆਸ ਤੇ ਇੱਕ ਉਮੀਦ ਜ਼ਰੂਰ ਰੱਖੀ ਆ। ਤਾਂ ਅਜਿਹੇ ਦੇ ਵਿੱਚ ਟਰਾਂਸਪੋਰਟਰਾਂ ਨੂੰ ਵੀ ਇੱਕ ਉਮੀਦ ਮਾਨ ਸਰਕਾਰ ਦੇ ਅੱਗੇ ਸੀ ਕਿ ਜਲਦ ਉਹਨਾਂ ਦੇ ਲਈ ਵੱਡਾ ਫੈਸਲਾ ਆ ਸਕਦਾ। ਤਾਂ ਹੁਣ ਇੱਕ ਵੱਡਾ ਫੈਸਲਾ ਜ਼ਰੂਰ ਆਇਆ ਹੈ। ਮਾਨ ਸਰਕਾਰ ਨੇ ਅਗਲੇ 3 ਮਹੀਨਿਆਂ ਦੇ ਵਿੱਚ ਇੱਕ ਸਕੀਮ ਲਾਗੂ ਕਰਨ ਜਾ ਰਹੇ ਨੇ, ਜਿਸ ਦੇ ਤਹਿਤ ਕਰੋਨਾ ਕਾਰਨ ਦੇ ਵਿੱਚ ਕਰੋਨਾ ਸਮੇਂ ਜਿਹੜੇ ਟੈਕਸ ਨਹੀਂ ਭਰ ਸਕੇ ਉਹਨਾਂ ਨੂੰ ਵੱਡੀ ਰਾਹਤ ਮਿਲ ਸਕਦੀ ਹੈ। ਸਕੀਮ ਦੇ ਤਹਿਤ ਬਿਨਾਂ ਕਿਸੇ ਜੁਰਮਾਨੇ ਅਤੇ ਬਕਾਏ ਤੋਂ ਮੋਟਰ ਦਾ ਟੈਕਸ ਆ ਜਿਹੜਾ ਉਹ ਅਦਾ ਕਰਨ ਦਾ ਮੌਕਾ ਉਹਨਾਂ ਨੂੰ ਮਿਲ ਸਕਦਾ ਹੈ। ਤਾਂ ਵੱਡੀ ਖਬਰ ਤੁਹਾਡੇ ਨਾਲ ਟਰਾਂਸਪੋਰਟਰਾਂ ਨੂੰ ਲੈ ਕੇ ਸਾਂਝੀ ਕਰ ਰਹੇ ਹਾਂ ਕਿ ਟਰਾਂਸਪੋਰਟਰਾਂ ਨੂੰ ਹੁਣ ਮਾਨ ਸਰਕਾਰ ਦੇ ਵੱਲੋਂ ਵੱਡੀ ਰਾਹਤ ਦਿੱਤੀ ਜਾ ਸਕਦੀ ਹੈ, ਕਿਉਂਕਿ ਲਗਾਤਾਰ ਵੱਡੇ ਫੈਸਲੇ ਭਗਵੰਤ ਮਾਨ ਦੀ ਸਰਕਾਰ ਦੇ ਵੱਲੋਂ ਕੀਤੇ ਜਾ ਰਹੇ ਨੇ। ਹਾਲਾਂਕਿ ਸਮੇਂ-ਸਮੇਂ ਤੇ ਵਿਰੋਧੀ ਮਾਨ ਸਰਕਾਰ ਤੇ ਨਿਸ਼ਾਨੇ ਵੀ ਸਾਧ ਰਹੇ ਨੇ। ਲਗਾਤਾਰ ਵਿਰੋਧੀਆਂ ਦੀ ਜਿਹੜੀ ਕਵਾਇਤ ਦੇ ਆਧਾਰ ਤੇ, ਜਿਵੇਂ ਹੁੰਦਾ ਹੈਗਾ ਕਿ ਮਾਨ ਸਰਕਾਰ ਦੀ ਗੱਲ ਕਰ ਲਈਏ ਜਾਂ ਜਿਹੜੀ ਵੀ ਸਰਕਾਰ ਸੱਤਾ ਦੇ ਵਿੱਚ ਕਾਬਜ਼ ਹੁੰਦੀ ਹੈ, ਸਰਕਾਰ ਦੇ ਵੱਲੋਂ ਉਹ ਜਦੋਂ ਫੈਸਲੇ ਲਏ ਜਾਂਦੇ ਹੁੰਦੇ ਨੇ, ਐਲਾਨ ਕੀਤੇ ਜਾਂਦੇ ਹੁੰਦੇ ਨੇ, ਤਾਂ ਵਿਰੋਧੀ ਸਮੇਂ-ਸਮੇਂ ਤੇ ਉਸ ਦੀ ਪੋਲ ਖੋਲਦੇ ਨਜ਼ਰ ਆਉਂਦੇ ਨੇ। ਸਮੇਂ-ਸਮੇਂ ਤੇ ਨਿਸ਼ਾਨੇ ਵਿਰੋਧੀਆਂ ਦੇ ਵੱਲੋਂ ਸਾਧੇ ਜਾਂਦੇ ਹੁੰਦੇ ਨੇ। ਤਾਂ ਉਸ ਦੇ ਚੱਲਦਿਆਂ ਹੀ ਜਿਹੜਾ ਵਿਰੋਧੀ ਲਗਾਤਾਰ ਮਾਨ ਸਰਕਾਰ ਦੇ ਫੈਸਲਿਆਂ ਨੂੰ ਲੈ ਕੇ ਘੇਰਦੇ ਵੀ ਨਜ਼ਰ ਆਉਂਦੇ ਨੇ। ਪਰ ਮਾਨ ਸਰਕਾਰ ਦੇ ਵੱਲੋਂ ਵੱਡੇ ਫੈਸਲੇ ਲਏ ਜਾ ਰਹੇ ਨੇ। ਤਾਂ ਸੀਐਮ ਭਗਵੰਤ ਮਾਨ ਦੇ ਵੱਲੋਂ ਟਵੀਟ ਕਰਕੇ ਜਿਹੜਾ ਇਹ ਜਾਣਕਾਰੀ ਵੀ ਦਿੱਤੀ ਗਈ ਹੈ ਟਰਾਂਸਪੋਰਟਰ ਮਾਮਲੇ ਦੇ ਵਿੱਚ। ਤਾਂ ਸੀਐਮ ਭਗਵੰਤ ਮਾਨ ਲਿਖਦੇ ਨੇ ਕਿ ਅਸੀਂ ਟਰਾਂਸਪੋਰਟਰ ਸਾਥੀਆਂ ਦੇ ਨਾਲ ਕੀਤਾ ਹੋਇਆ ਵਾਅਦਾ ਪੂਰਾ ਕਰ ਰਹੇ ਹਾਂ। ਕਰੋਨਾ ਕਾਲ ਸਮੇਂ ਜਿਹੜੇ ਟਰਾਂਸਪੋਰਟਰ ਟੈਕਸ ਨਹੀਂ ਭਰ ਸਕੇ ਅਗਲੇ 3 ਮਹੀਨਿਆਂ ਦੇ ਵਿੱਚ ਬਿਨਾਂ ਕਿਸੇ ਪਲੰਟੀ ਜਾਂ ਬਕਾਏ ਤੋਂ ਟੈਕਸ ਭਰ ਸਕਦੇ ਨੇ। ਟਰਾਂਸਪੋਰਟਰ ਸਾਡੀ ਰੀੜ੍ਹ ਦੀ ਹੱਡੀ ਨੇ, ਅਸੀਂ ਉਹਨਾਂ ਦੀ ਹਰ ਜ਼ਰੂਰਤ ਦੇ ਨਾਲ ਖੜੇ ਹਾਂ। ਤਾਂ ਇਹ ਪੰਜਾਬ ਦੇ ਸੀਐਮ ਭਗਵੰਤ ਮਾਨ ਦੇ ਵੱਲੋਂ ਟਵੀਟ ਕੀਤਾ ਜਾਂਦਾ ਹੈ। ਟਵੀਟ ਕਰਕੇ ਇਹ ਉਹਨਾਂ ਦੇ ਵੱਲੋਂ ਵਾਅਦਾ ਟਰਾਂਸਪੋਰਟਰਾਂ ਦੇ ਨਾਲ ਕੀਤਾ ਗਿਆ ਕਿ ਉਹਨਾਂ ਨੂੰ ਜਿੱਥੇ ਤੇ ਜਦੋਂ ਵੀ ਜਿਹੜੀ ਵੀ ਲੋੜ ਹੈ, ਹਰ ਲੋੜ ਦੇ ਵਿੱਚ ਅਸੀਂ ਉਹਨਾਂ ਦੇ ਨਾਲ ਖੜੇ ਹਾਂ। ਉਹਨਾਂ ਦੀ ਸਹਾਇਤਾ, ਉਹਨਾਂ ਦੇ ਸਹਾਇਕ ਬਣ ਕੇ ਉਹਨਾਂ ਨੂੰ ਇਕੱਲਿਆਂ ਤੌਰ ਤੇ ਨਹੀਂ ਛੱਡਾਂਗੇ। ਇਹ ਪੰਜਾਬ ਦੀ ਮਾਨ ਸਰਕਾਰ ਕਹਿੰਦੀ ਨਜ਼ਰ ਆਈ ਆ। ਕਿੰਨੀ ਕਿਸ ਦਾ ਫਾਇਦਾ ਕਿੰਨਾ ਕੁ ਹੁੰਦਾ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ, ਜਾਂ ਟਰਾਂਸਪੋਰਟਰ ਮਾਨ ਸਰਕਾਰ ਦੇ ਇਸ ਫੈਸਲੇ ਤੋਂ ਕਿੰਨਾ ਕੁ ਖੁਸ਼ ਹੁੰਦੇ ਨੇ ਇਹ ਵੀ ਆਉਣ ਵਾਲਾ ਸਮਾਂ ਹੀ ਜਿਹੜਾ ਉਹ ਬਿਆਨ ਕਰੇਗਾ। ਕਿਉਂਕਿ ਮਾਨ ਸਰਕਾਰ ਕਹਿ ਰਹੀ ਹੈ ਕਿ ਹੁਣ ਤੱਕ ਦੀਆਂ ਜਿਹੜੀਆਂ ਸਰਕਾਰਾਂ ਨੇ ਅਸੀਂ ਸਭ ਤੋਂ ਅਲੱਗ ਢੰਗ ਦੇ ਨਾਲ ਸਭ ਤੋਂ ਵਧੀਆ ਕੰਮ ਕਰ ਰਹੇ ਹਾਂ। ਪਰ ਉਹਨਾਂ ਦੇ ਨਾਲ ਕਿੰਨੇ ਕੁ ਲੋਕ ਸਹਿਮਤ ਨੇ ਇਹ ਤਾਂ ਆਉਣ ਵਾਲੇ ਸਮਾਂ ਹੀ ਬਿਆਨ ਕਰੇਗਾ। ਕਿਉਂਕਿ ਸਰਕਾਰਾਂ ਕਈ ਵਾਰ ਇਹ ਅਕਸਰ ਦੇਖਿਆ ਗਿਆ, ਹੁਣ ਤੱਕ ਦੀਆਂ ਸਰਕਾਰਾਂ ਦੀ ਗੱਲ ਕਰ ਲਈ ਜਾਵੇ ਤਾਂ ਕਹਿਣੀ ਅਤੇ ਕਰਨੀ ਦੇ ਵਿੱਚ ਕਾਫੀ ਫਰਕ ਹੁੰਦਾ। ਕਿਉਂਕਿ ਵਾਅਦੇ ਸਰਕਾਰਾਂ ਦੇ ਕੁਝ ਹੋਰ ਹੁੰਦੇ ਨੇ ਤੇ ਬਾਅਦ ਦੇ ਵਿੱਚ ਉਹਨਾਂ ਦੀ ਸੱਚਾਈ ਕੁਝ ਹੋਰ ਨਿਕਲਦੀ ਆ। ਕਿ ਮਾਨ ਸਰਕਾਰ ਵੀ ਅਜਿਹਾ ਤਾਂ ਨਹੀਂ ਕਰੇਗੀ ਕਿ ਪਹਿਲਾਂ ਵਾਅਦੇ ਕਰੀ ਜਾਵੇਗੀ, ਬਾਅਦ ਦੇ ਵਿੱਚ ਜਦੋਂ ਵਾਅਦੇ ਪੂਰੇ ਕਰਨ ਦਾ ਸਮਾਂ ਆਵੇਗਾ ਤਾਂ ਫਿਰ ਐਸਾ ਹੋ ਜਾਵੇਗਾ ਕਿ ਅਗਲੇ 4.5 ਸਾਲ ਦੇ ਲਈ ਸਰਕਾਰ ਸਾਇਲੈਂਟ ਹੋ ਜਾਵੇਗੀ ਤੇ ਲਾਸਟ ਵਾਲੇ 3 ਮਹੀਨਿਆਂ ਦੇ ਵਿੱਚ ਮੁੜ ਤੋਂ ਸਰਕਾਰ ਜਾਗੇਗੀ। ਇਹ ਵੀ ਇੱਕ ਵੱਡਾ ਸਵਾਲ ਜ਼ਰੂਰ ਬਣਿਆ ਹੋਇਆ, ਕਿਉਂਕਿ ਵਾਅਦੇ ਕੀਤੇ ਜਾ ਰਹੇ ਨੇ। ਪਿਛਲੀਆਂ ਸਰਕਾਰਾਂ ਵੀ ਵਾਅਦੇ ਸਮੇਂ-ਸਮੇਂ ਤੇ ਕਰਦੀਆਂ ਰਹੀਆਂ ਨੇ, ਪਰ ਅਸਲ ਪ੍ਰੀਖਿਆ ਇਹਨਾਂ ਦੀ ਉਦੋਂ ਹੁੰਦੀ ਹੈ ਜਦੋਂ ਵਾਅਦੇ ਪੂਰੇ ਕਰਨ ਦਾ ਸਮਾਂ ਆਉਂਦਾ। ਜਿਵੇਂ ਮਾਨ ਸਰਕਾਰ ਨੇ ਕਈ ਗਰੰਟੀਆਂ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਤੀਆਂ ਗਈਆਂ ਸੀ, ਪਰ ਦੇਖਿਆ ਜਾਵੇ ਤਾਂ ਇੱਕ ਅਲੱਗ ਟਰੈਕ ਤੇ ਜਾ ਕੇ ਵਾਅਦੇ ਪੂਰੇ ਕਰਦੀ ਨਜ਼ਰ ਆ ਰਹੀ ਹੈ ਮਾਨ ਸਰਕਾਰ। ਕਿਉਂਕਿ ਜਿਸ ਵਕਤ ਲੋਕਾਂ ਨੂੰ ਜ਼ਿਆਦਾ ਲੋੜ ਆ ਉਸ ਵਕਤ ਤੋਂ ਰਾਹਤ ਨਹੀਂ ਦਿੱਤੀ ਜਾ ਰਹੀ। ਇੱਕ ਵੱਡਾ ਸਵਾਲ ਬਣਿਆ ਹੋਇਆ। ਬਿਜਲੀ ਦੀ ਗੱਲ ਕਰ ਲਈ ਜਾਵੇ, ਬਿਜਲੀ ਦੇ ਮਾਮਲੇ ਨੂੰ ਲੈ ਕੇ ਮਾਨ ਸਰਕਾਰ ਦੇ ਵੱਲੋਂ 300 ਯੂਨਿਟ ਫ੍ਰੀ ਬਿਜਲੀ ਦਾ ਐਲਾਨ ਕਰ ਦਿੱਤਾ ਜਾਂਦਾ ਹੈ। ਪਰ ਉਹ 300 ਯੂਨਿਟ ਦਿੱਤੀ ਕਦੋਂ ਜਾਣੀ ਆ? ਜਦੋਂ ਬਿਜਲੀ ਦੀ ਖਪਤ ਆਲਰੇਡੀ ਹੀ ਘਟਦੀ ਨਜ਼ਰ ਆਵੇਗੀ, ਯਾਨੀ ਕਿ ਜੁਲਾਈ ਦੇ ਵਿੱਚ ਜਾ ਕੇ ਜਦੋਂ ਲੋਕਾਂ ਨੂੰ ਬਿਜਲੀ ਦੀ ਖਪਤ ਜ਼ਿਆਦਾ ਹੋਣੀ ਆ, ਜ਼ਿਆਦਾ ਜ਼ਰੂਰਤ ਹੈ ਮਈ ਤੇ ਜੂਨ ਮਹੀਨੇ ਦੇ ਵਿੱਚ। ਤਾਂ ਮਈ ਜਾਂ ਜੂਨ ਮਹੀਨੇ ਯਾਨੀ ਕਿ ਅਗਲੇ 2 ਮਹੀਨੇ ਕੋਈ ਰਾਹਤ ਬਿਜਲੀ ਦੇ ਮਾਮਲੇ ਦੇ ਵਿੱਚ ਮਾਨ ਸਰਕਾਰ ਦੇ ਵੱਲੋਂ ਨਹੀਂ ਦਿੱਤੀ ਜਾ ਰਹੀ। ਤਾਂ ਉਸ ਨੂੰ ਲੈ ਕੇ ਸਵਾਲ ਉੱਠ ਰਹੇ ਨੇ ਕਿ ਭਾਈ ਜੇ ਤੁਸੀਂ ਰਾਹਤ ਦੇਣਾ ਚਾਹੁੰਦੇ ਹੋ ਤਾਂ ਉਸ ਵਕਤ ਦਵੋ ਜਦੋਂ ਲੋਕਾਂ ਨੂੰ ਜ਼ਿਆਦਾ ਲੋੜ ਆ, ਲੋਕਾਂ ਨੂੰ ਖਾਸ ਲੋੜ ਆ। ਕਿਉਂਕਿ ਜੇ ਮਈ ਤੇ ਜੂਨ ਗਰਮੀ ਦਾ ਲੈਵਲ ਲਗਾਤਾਰ ਵੱਧਦਾ ਜਾ ਰਿਹਾ, ਤਾਂ ਇਹ 2 ਮਹੀਨਿਆਂ ਦੇ ਵਿੱਚ ਸਭ ਤੋਂ ਜ਼ਿਆਦਾ ਜ਼ਰੂਰਤ ਹੈ ਬਿਜਲੀ ਦੀ, ਸਭ ਤੋਂ ਜ਼ਿਆਦਾ ਬਿਜਲੀ ਖਪਤ ਹੋਣੀ ਆ। ਤਾਂ ਜੇ ਇਹ ਮਹੀਨਿਆਂ ਦੇ ਵਿੱਚ ਰਾਹਤ ਦਿੱਤੀ ਜਾਵੇ ਤਾਂ ਫਿਰ ਲੋਕਾਂ ਨੂੰ ਜਿਹੜਾ ਉਹ ਵੱਡਾ ਫਾਇਦਾ ਜ਼ਰੂਰ ਹੋ ਸਕਦਾ ਹੈ। ਲੋਕ ਵੀ ਕਹਿੰਦੇ ਨਜ਼ਰ ਆਉਂਦੇ ਨੇ, ਪਰ ਦੂਜੇ ਪਾਸੇ ਮਾਨ ਸਰਕਾਰ ਅਲੱਗ ਟਰੈਕ ਤੇ ਚੱਲਦੀ ਨਜ਼ਰ ਆ ਰਹੀ ਆ। ਕਹਿ ਰਹੀ ਆ ਕਿ ਅਸੀਂ ਵਾਅਦੇ ਪੂਰੇ ਕਰ ਰਹੇ ਹਾਂ, ਬਟ ਅਸੀਂ ਇੱਕ ਸਕੀਮ ਦੇ ਇਹ ਤੇ ਇੱਕ ਫਾਰਮੂਲੇ ਦੇ ਤਹਿਤ ਵਾਅਦੇ ਪੂਰੇ ਕਰ ਰਹੇ ਹਾਂ। ਪਰ ਉਹ ਫਾਰਮੂਲਾ ਲੋਕਾਂ ਨੂੰ ਕਿੰਨਾ ਕੁ ਰਾਸ ਆਉਂਦਾ ਹੈ, ਇਹ ਵੀ ਇੱਕ ਵੱਡਾ ਸਵਾਲ ਜ਼ਰੂਰ ਬਣਿਆ ਹੋਇਆ।